ਜਿਹੜੇ ਵਿਅਕਤੀ ਕਿਸੇ ਵੀ ਮੁਲਕ ਵਿੱਚ ਫੌਜ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਨੂੰ ਹੁਣ ਕੈਨੇਡੀਅਨ ਫੋਰਸਿਸ ਵਿੱਚ ਉਹ ਜੁਆਇਨ ਕਰ ਸਕਣਗੇ। ਸਕਿਲਡ ਮਿਲਟਰੀ ਰਿਕਰੂਟਸ ਉਹਦੀ ਕੁਝ ਰਿਕੁਆਇਰਮੈਂਟ ਸੀਗੀਆਂ, ਅਗਰ ਕੋਈ ਐਪਲੀਕੈਂਟ ਉਹ ਰਿਕੁਆਇਰਮੈਂਟ ਮੀਟ ਕਰਦਾ ਹੈ ਤੇ ਉਹ ਆਪਣੀ ਐਕਸਪ੍ਰੈਸ ਐਂਟਰੀ ਦੇ ਪੂਲ ਦੇ ਅੰਦਰ ਫਾਈਲ ਪਾਉਂਦਾ ਹੈ ਤੇ ਫਿਰ ਡਰਾ ਦੇ ਨਾਲ ਉਹਨਾਂ ਨੂੰ ਬੁਲਾਉਣਾ ਸੀਗਾ। 10 ਸਾਲ ਕੰਮ ਕੀਤਾ ਹੋਏ ਕਿਸੇ ਵੀ ਰੈਕੋਗਨਾਈਜ਼ ਕੰਟਰੀ ਦੀ ਮਿਲਟਰੀ ਫੋਰਸ ਦੇ ਅੰਦਰ। ਸਪੈਸ਼ਲ ਕੈਟਾਗਰੀ ਦੇ ਵਿੱਚ ਜੁਆਇਨ ਕਰ ਸਕਦਾ, ਜਿਸ ਤਰ੍ਹਾਂ ਫੌਜ ਦੇ ਵਿੱਚ ਵੀ ਬਹੁਤ ਸਾਰੇ ਐਵਨਿਊਜ਼ ਹੁੰਦੇ ਨੇ, ਇਨਫੈਂਟਰੀ ਹੋ ਗਈ ਜਾਂ ਤੁਸੀਂ ਬੈਕ ਡੈਸਕ ਤੇ ਕੰਮ ਕਰਨ ਗੱਲ ਚੱਲ ਰਹੀ ਸੀ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਫੌਜ 'ਚੋਂ ਹੈਗੇ ਨੇ। ਤੋ ਇਹਦਾ ਮਤਲਬ ਕਿ ਉਹਨਾਂ ਨੇ ਅਪਲਾਈ ਨਹੀਂ ਕੀਤਾ ਜਾਂ ਉਹ ਕੁਆਲੀਫਾਈ ਨਹੀਂ ਕੀਤਾ, ਜਾਂ ਜਿਹੜੇ 10 ਸਾਲ ਦੀ ਰਿਕੁਆਇਰਮੈਂਟ ਮੋਸਟਲੀ ਸਾਰੇ ਕਰ ਜਾਂਦੇ ਨੇ ਪਾਸ। ਟਫ ਨਹੀਂ ਹੈਗਾ ਅਗਰ ਉਹਨਾਂ ਕੋਲ ਇਹ ਦੋ ਚੀਜ਼ਾਂ ਹੈਗੀਆਂ, 10 ਸਾਲ ਦਾ ਐਕਸਪੀਰੀਅੰਸ ਤੇ 3 ਸਾਲ ਦੀ ਜੌਬ ਆਫਰ ਫਰਮ ਕੈਨੇਡੀਅਨ ਆਰਮ ਫੋਰਸਿਸ। ਪਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਹੁਣ ਬਹੁਤ ਜ਼ਿਆਦਾ ਫੋਕਸ ਫ੍ਰੈਂਚ ਦੇ ਦਿੱਤਾ ਜਾ ਰਿਹਾ ਜੀ, ਇਸ ਕੈਟਾਗਰੀ ਵਿੱਚ ਵੀ ਫ੍ਰੈਂਚ ਨੂੰ ਕੋਈ ਤਰਜੀਹ ਦਿੱਤੀ? ਤੁਸੀਂ ਇੱਛਾਵਾਨ ਹੋ ਕਿ ਤੁਸੀਂ ਕੈਨੇਡਾ ਦੀ ਆਰਮੀ ਨੂੰ ਜੁਆਇਨ ਕਰਨਾ ਹੈ, ਤੁਸੀਂ ਅਪਲਾਈ ਕਰਨੀ ਹੈ ਪਹਿਲੇ ਜੌਬ ਇਸ ਪੋਜੀਸ਼ਨ ਵਾਸਤੇ, 3 ਚੋਂ ਜਿੱਥੇ ਵੀ ਤੁਸੀਂ ਕੁਆਲੀਫਾਈ ਕਰਦੇ ਹੋ। ਅੱਛਾ, ਜਿਸ ਤਰ੍ਹਾਂ ਫੌਜ ਦੇ ਵਿੱਚ ਜੀ ਸਿਵਲੀਅਨ ਲੋਕ ਵੀ ਕੰਮ ਕਰਦੇ ਹੈਗੇ ਨੇ, ਇਹ ਨਹੀਂ ਕਿ ਸਾਰੇ ਹੀ ਫੌਜੀ ਹੁੰਦੇ ਨੇ, ਕਿਉਂਕਿ ਸਿਵਲੀਅਨ ਐਸਪੈਕਟ ਵੀ ਹੁੰਦਾ ਹੈ ਜਿਹੜਾ ਕਿ ਫੌਜ ਨੂੰ ਅਸਿਸਟ ਕਰਦਾ ਹੈ। ਕੀ ਉਹ ਇਸ ਪ੍ਰੋਗਰਾਮ ਦੇ ਅਧੀਨ ਅਪਲਾਈ ਕਰ ਸਕਦੇ? ਯੂ ਨੀਡ ਟੂ ਅਪਲਾਈ, ਦੈਨ ਓਨਲੀ ਦੇ ਵਿਲ ਵੈਟ ਯੂਰ ਡਾਕੂਮੈਂਟਸ, ਦੇ ਵਿਲ ਵੈਟ ਯੂਰ ਐਕਸਪੀਰੀਅੰਸ। ਔਰ ਇਹਦੇ ਅੰਦਰ ਵੀ ਲਿਖਿਆ ਹੋਇਆ ਆਲਰੇਡੀ ਕਿ ਨੈਟੋ ਦੇ ਜਿਹੜੇ ਓਬਵੀਅਸਲੀ ਦੇਸ਼ ਹੈਗੇ ਨੇ ਪਲੱਸ ਆਸਟ੍ਰੇਲੀਆ, ਨਿਊਜ਼ੀਲੈਂਡ, ਉਹਨਾਂ ਨੂੰ ਤਰਜੀਹ ਦਿੱਤੀ ਜਾਏਗੀ ਓਬਵੀਅਸਲੀ। ਬੜਾ ਚਾਅ ਸੀ ਜੀ ਫੌਜੀਆਂ ਦੇ ਵਿੱਚ, ਖਾਸ ਤੌਰ 'ਤੇ ਜਦੋਂ ਫਰਵਰੀ ਦੇ ਵਿੱਚ ਕੈਨੇਡੀਅਨ ਸਰਕਾਰ ਨੇ ਅਨਾਊਂਸ ਕੀਤਾ ਕਿ ਹੁਣ ਜਿਹੜੇ ਵਿਅਕਤੀ ਕਿਸੇ ਵੀ ਮੁਲਕ ਵਿੱਚ ਫੌਜ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਨੂੰ ਹੁਣ ਕੈਨੇਡੀਅਨ ਫੋਰਸਿਸ ਵਿੱਚ ਉਹ ਜੁਆਇਨ ਕਰ ਸਕਣਗੇ। ਸੋ ਪਹਿਲਾ ਡਰਾ ਜੋ ਹੈ ਜੀ ਉਹ ਕੱਢ ਦਿੱਤਾ ਗਿਆ ਹੈ। ਕੀ ਹੈ ਇਹ ਪ੍ਰੋਗਰਾਮ, ਜਿਸ ਦਾ ਨਾਂ ਹੈ ਸਕਿਲਡ ਮਿਲਟਰੀ ਰਿਕਰੂਟ ਪ੍ਰੋਗਰਾਮ? ਇਸ ਦੇ ਵਿੱਚ ਕੌਣ ਸ਼ਿਰਕਤ ਕਰ ਸਕਦਾ ਹੈ? ਕੀ ਇਸ ਦੇ ਵਿੱਚ ਜਿਹੜਾ ਡਰਾ ਕੱਢਿਆ ਗਿਆ ਹੈ, ਇਸ ਦੇ ਕੀ ਬੈਨੀਫਿਟਸ ਨੇ? ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਆਓ ਜਾਣਕਾਰੀ ਲੈਣੇ ਨਿਤਿਨ ਚੱਡਾ। ਨਿਤਿਨ ਜੀ, ਜੀ ਆਇਆਂ ਨੂੰ, ਵੈਲਕਮ। ਧੰਨਵਾਦ ਤੁਹਾਡਾ, ਤੁਹਾਡੇ ਸ਼ੋਧਨ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਨਿਤਿਨ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਸਕਿਲਡ ਮਿਲਟਰੀ ਕੈਟਾਗਰੀ ਜਿਹੜੀ ਹੈਗੀ ਹੈ, ਰਿਕਰੂਟ ਕੈਟਾਗਰੀ, ਇਹ ਹੈ ਕੀ? ਜੀ ਐਕਸਪ੍ਰੈਸ ਐਂਟਰੀ ਜਿਹੜੀ ਇੱਕ ਓਬਵੀਅਸਲੀ ਇਕਨੋਮਿਕ ਸਟਰੀਮ ਹੈਗੀ ਹੈ ਆਪਣੀ PR ਕੈਨੇਡਾ ਵਾਸਤੇ ਦੀ, ਉਹਦੇ ਅੰਦਰ ਇੱਕ ਫਰਵਰੀ ਦੇ ਅੰਦਰ ਇਹਨਾਂ ਨੇ ਇੱਕ ਔਰ ਐਡ ਕੀਤੀ ਸੀ ਸਟਰੀਮ, ਉਹਨੂੰ ਕਹਿੰਦੇ ਸੀ ਸਕਿਲਡ ਮਿਲਟਰੀ ਰਿਕਰੂਟਸ। ਉਹਦੀ ਕੁਝ ਰਿਕੁਆਇਰਮੈਂਟ ਸੀਗੀਆਂ, ਅਗਰ ਕੋਈ ਐਪਲੀਕੈਂਟ ਉਹ ਰਿਕੁਆਇਰਮੈਂਟ ਮੀਟ ਕਰਦਾ ਹੈ ਤੇ ਉਹ ਆਪਣੀ ਐਕਸਪ੍ਰੈਸ ਐਂਟਰੀ ਦੇ ਪੂਲ ਦੇ ਅੰਦਰ ਫਾਈਲ ਪਾਉਂਦਾ ਹੈ ਤੇ ਫਿਰ ਡਰਾ ਦੇ ਨਾਲ ਉਹਨਾਂ ਨੂੰ ਬੁਲਾਉਣਾ ਸੀਗਾ। ਤੇ ਉਹਦਾ ਪਹਿਲਾ ਡਰਾ ਕੱਲ ਆਇਆ ਹੈ, ਜਿਹਦੇ ਅੰਦਰ ਸਕੋਰ ਬੜਾ ਘੱਟ ਰਿਹਾ, 368 ਸਿਰਫ, ਤੇ ਓਨਲੀ 4 ਲੋਕਾਂ ਨੂੰ ਆਈ ਇਨਵਾਈਟ ਦਾ ਮਤਲਬ ਜ਼ਿਆਦਾ ਲੋਕਾਂ ਨੇ ਅਪਲਾਈ ਨਹੀਂ ਕੀਤਾ ਸੀਗਾ। ਸੋ ਤੁਸੀਂ ਕਿਹਾ ਕਿ 368 ਜਿਹੜਾ ਹੈਗਾ ਕੱਟ ਆਫ ਸੀਗਾ ਕੱਟ ਆਫ ਸੀ ਜੀ। ਸੋ ਇਹਦੇ ਵਿੱਚ ਜਿਸ ਤਰ੍ਹਾਂ ਬਾਕੀ ਦੇ ਵਿੱਚ ਤਾਂ ਬਹੁਤ ਹਾਈ ਹੈਗਾ, ਇਹਦੇ 'ਚ ਇੰਨਾ ਘੱਟ ਕਿਉਂ ਹੈਗਾ ਸੀ? ਕਿਉਂਕਿ ਸਰ ਇਹਦੀ ਰਿਕੁਆਇਰਮੈਂਟਸ ਬਹੁਤ ਸਾਰੀਆਂ ਨੇ। ਇਹਦੀ ਰਿਕੁਆਇਰਮੈਂਟ ਜਿਹੜੀਆਂ ਨੇ ਉਹ ਹਰ ਕਿਸੇ ਵਾਸਤੇ ਮੀਟ ਕਰਨੀ ਆਸਾਨ ਨਹੀਂ ਹੈਗੀਆਂ। ਇਹਦੀ ਜਿਹੜੀ ਮੇਜਰ ਰਿਕੁਆਇਰਮੈਂਟ ਉਹ ਹੈਗੀ ਤੁਸੀਂ 10 ਸਾਲ ਕੰਮ ਕੀਤਾ ਹੋਏ ਕਿਸੇ ਵੀ ਰੈਕੋਗਨਾਈਜ਼ ਕੰਟਰੀ ਦੀ ਮਿਲਟਰੀ ਫੋਰਸ ਦੇ ਅੰਦਰ। ਅੱਛਾ। ਤੇ ਉਹ ਉਹਨਾਂ ਦੇ ਤਿੰਨ ਟੀਅਰ ਕੋਡ ਦਿੱਤੇ ਹੋਏ ਨੇ, ਜਿਹਦੇ ਅੰਦਰ ਓਬਵੀਅਸਲੀ ਇੱਕ ਹੈਗਾ ਜਿਹੜੀ ਮਕੈਨਿਕਸ ਜਾਂ ਟੈਕਨੀਸ਼ੀਅਨਸ ਹੁੰਦੇ ਨੇ ਉਹ ਇੱਕ, ਉਹਦੇ ਇਲਾਵਾ ਇੱਕ ਸਪੈਸ਼ਲਾਈਜ਼ਡ ਕਮਿਸ਼ਨ ਜਿਹੜੇ ਹੈਗੇ ਨੇ ਆਫਿਸਰਸ ਉਹ ਨੇ, ਤੇ ਉਹਦੇ ਇਲਾਵਾ ਇੱਕ ਲੀਡਰਸ ਯਾਨੀ ਕਮਾਂਡੈਂਟਸ ਨੇ। ਤਾਂ ਉਹ 3 ਇੱਕ ਟੀਅਰ ਕੋਡਸ ਹੈਗੇ ਨੇ। ਉਹਦੇ ਅੰਦਰ ਅਗਰ ਤੁਸੀਂ 10 ਸਾਲ ਦਾ ਕੰਮ ਕਿਸੇ ਵੀ ਰਿਕੋਗਨਾਈਜ਼ਡ ਆਰਮੀ ਦੇ ਅੰਦਰ ਕੀਤਾ ਹੋਇਆ ਤੇ ਤੁਸੀਂ ਐਲੀਜੀਬਲ ਹੁੰਦੇ ਹੋ। ਪਲੱਸ ਤੁਸੀਂ ਜਦ 10 ਸਾਲ ਦਾ ਕੰਮ ਕਰ ਲੈਂਦੇ ਹੋ, ਤੁਸੀਂ ਅਪਲਾਈ ਕਰਦੇ ਹੋ ਕੈਨੇਡੀਅਨ ਆਪਣੀ ਜਿਹੜੀ ਆਰਮ ਫੋਰਸਿਸ ਨੇ ਉਹਨਾਂ ਨੂੰ ਫॉर योर 3 years ਆਫ ਬੇਸਿਕਲੀ ਜੌਬ। ਉਹ ਤੁਹਾਨੂੰ ਅਗਰ ਉਹ ਵੈਟ ਕਰਕੇ ਜੌਬ ਦਿੰਦੇ ਨੇ 3 ਸਾਲ ਦੀ, ਤਦ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਪੋਜੀਸ਼ਨ ਵਾਸਤੇ, ਇਸ ਐਕਚੁਅਲੀ ਐਕਸਪ੍ਰੈਸ ਐਂਟਰੀ ਦੇ ਇਸ ਸਟਰੀਮ ਵਾਸਤੇ। ਸੋ 10 ਸਾਲ ਦਾ ਐਕਸਪੀਰੀਅੰਸ ਇੱਕ ਉਹ ਗੱਲ ਹੋ ਗਈ, ਇਹ ਤਾਂ ਸਕਿੱਲਸ। ਉਸ ਤੋਂ ਇਲਾਵਾ ਕੋਈ ਸਪੈਸ਼ਲ ਕੈਟਾਗਰੀ ਦੇ ਵਿੱਚ ਜੁਆਇਨ ਕਰ ਸਕਦਾ, ਜਿਸ ਤਰ੍ਹਾਂ ਫੌਜ ਦੇ ਵਿੱਚ ਵੀ ਬਹੁਤ ਸਾਰੇ ਐਵਨਿਊਜ਼ ਹੁੰਦੇ ਨੇ, ਇਨਫੈਂਟਰੀ ਹੋ ਗਈ ਜਾਂ ਤੁਸੀਂ ਬੈਕ ਡੈਸਕ ਤੇ ਕੰਮ ਕਰਨਾ, ਇਹਦੇ ਬਾਰੇ ਕੁਝ ਦੱਸਿਆ ਸੀ? ਜੀ ਬਿਲਕੁਲ ਦੱਸਿਆ ਜੀ। ਇਹਦੇ ਅੰਦਰ 3 ਟੀਅਰ ਕੋਡਸ ਨੇ ਜੀ। ਇੱਕ ਟੀਅਰ ਕੋਡ ਜਿਹੜਾ ਹੈਗਾ ਉਹ ਟੀਅਰ 3 ਤੋਂ ਹੈਗਾ। ਟੀਅਰ 3 ਦਾ ਮਤਲਬ ਹੁੰਦਾ ਸਰ ਕਿ ਜਿਹਨਾਂ ਕੋਲ ਓਬਵੀਅਸਲੀ ਜਿਹੜੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਜ਼ਿਆਦਾ ਨਹੀਂ ਹੁੰਦੀ, ਤੇ ਉਹ ਹੈਗਾ ਜੀ ਆਪਰੇਸ਼ਨ ਮੈਂਬਰਸ ਆ ਗਏ, ਜਿਵੇਂ ਕਿ ਕੋਈ ਟੈਕਨੀਸ਼ੀਅਨ ਹੋ ਗਿਆ ਜਾਂ ਕੋਈ ਆਪਣਾ ਮੇਨਟੇਨੈਂਸ ਦੇ ਲੋਕ ਹੋ ਗਏ, ਉਹ ਆ ਗਏ ਉਹਦੇ ਅੰਦਰ। ਉਹਦੇ ਇਲਾਵਾ ਜਿਹੜੀ ਸੈਕਿੰਡ ਕੈਟਾਗਰੀ ਸੀ ਉਹ ਟੀਅਰ 2 ਦੀ ਸੀਗੀ, ਜਿਹਦੇ ਅੰਦਰ ਓਬਵੀਅਸਲੀ ਤੁਹਾਡੇ ਕੋਲ ਐਟਲੀਸਟ ਸੈਕੰਡਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਤੇ ਉਹ ਬੇਸਿਕਲੀ ਹੈਗੀ ਹੈ ਜਿਵੇਂ ਇੰਜੀਨੀਅਰਸ ਹੋ ਗਏ ਜਾਂ ਮੈਰੀਟਾਈਮ ਜਿਹੜੇ ਆਪਣਾ ਟੈਕਨੀਸ਼ੀਅਨਸ ਹੋ ਗਏ ਜਾਂ ਮੇਨਟੇਨੈਂਸ ਵਰਕਰ ਜਿਹੜੇ ਮੈਰੀਟਾਈਮ ਵਾਲੇ ਹੋ ਗਏ। ਉਹਦੇ ਇਲਾਵਾ ਤੀਜੀ ਸੀਗੀ ਜਿਹੜੀ ਕਮਿਸ਼ਨਡ ਆਫਿਸਰਸ ਹੁੰਦੇ ਨੇ। ਓਬਵੀਅਸਲੀ ਦੇ ਕੈਨ ਬੀ ਲੀਡਰਸ, ਦੇ ਕੈਨ ਬੀ ਕਮਾਂਡੈਂਟਸ, ਦੇ ਕੈਨ ਬੀ ਪੀਪਲ ਹੂ ਪਲਾਨ ਕਰਦੇ ਨੇ, ਆਰਗੇਨਾਈਜ਼ ਕਰਦੇ ਨੇ। ਵੱਡੀ ਪੋਜੀਸ਼ਨ ਹੋ ਗਈ ਤੇ 3 ਪੋਜੀਸ਼ਨ ਤੇ ਇਹਨਾਂ ਨੇ ਬੰਦੇ ਲੈਣੇ ਹੈ ਇਹਦੇ ਅੰਦਰ। ਇਹ ਤਿੰਨੋਂ ਟੀਅਰ ਕੋਡਸ ਦੀ ਆਪਣੀ ਵੀ ਰਿਕੁਆਇਰਮੈਂਟਸ ਹੈਗੀਆਂ ਨੇ, ਬਟ ਇਹਦੇ ਇਲਾਵਾ ਇਸ ਜਿਹੜੇ ਪ੍ਰੋਗਰਾਮ ਦੀ ਰਿਕੁਆਇਰਮੈਂਟ ਆਪਣੀ ਅਲੱਗ ਹੈ ਕਿ ਉਹ 10 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਪਲੱਸ 3 ਸਾਲ ਦੀ ਜੌਬ ਆਫਰ ਚਾਹੀਦੀ ਹੈ ਫਰੋਮ
ਕੈਨੇਡੀਅਨ ਆਰਮ ਫੋਰਸਿਸ, ਉਹ ਵੀ ਇੱਕ ਹੈਗਾ। ਤੇ ਯਾਨੀ ਜੇ ਤੁਹਾਡੇ ਕੋਲ 10 ਸਾਲ ਦਾ ਐਕਸਪੀਰੀਅੰਸ ਹੁੰਦਾ ਹੈ, ਤੁਸੀਂ ਇੱਛਾਵਾਨ ਹੋ ਕਿ ਤੁਸੀਂ ਕੈਨੇਡਾ ਦੀ ਆਰਮੀ ਨੂੰ ਜੁਆਇਨ ਕਰਨਾ ਹੈ, ਤੁਸੀਂ ਅਪਲਾਈ ਕਰਨੀ ਹੈ ਪਹਿਲੇ ਜੌਬ ਇਸ ਪੋਜੀਸ਼ਨ ਵਾਸਤੇ, ਤਿੰਨਾਂ 'ਚੋਂ ਜਿੱਥੇ ਵੀ ਤੁਸੀਂ ਕੁਆਲੀਫਾਈ ਕਰਦੇ ਹੋ, ਤੇ ਫਿਰ ਦੈਨ ਦੇ ਵਿਲ ਵੈਟ ਯੂਰ ਆਲ ਦ ਡਾਕੂਮੈਂਟਸ, ਦੇ ਵਿਲ ਗਿਵ ਯੂ ਦ 3 year ਜੌਬ ਆਫਰ, ਦੈਨ ਯੂ ਕੁਆਲੀਫਾਈ। ਉਹਦੇ ਇਲਾਵਾ ਤੁਹਾਡੇ ਕੋਲ ਇੱਕ 12ਵੀਂ ਤੋਂ ਬਾਅਦ 2 ਸਾਲ ਦਾ ਮਿਨੀਮਮ ਪੋਸਟ ਸੈਕੰਡਰੀ ਐਜੂਕੇਸ਼ਨ ਦੀ ਵੀ ਲੋੜ ਹੈਗੀ ਹੈ। ਤੇ ਉਹ ਵੀ ਇਹ 3 ਚੀਜ਼ਾਂ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਈਜ਼ੀਲੀ ਆਪਣਾ ਪੀਆਰ ਦਾ ਰਸਤਾ ਬਹੁਤ ਵਧੀਆ ਹੈ। ਪਰ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਕਾਫੀ ਜ਼ਿਆਦਾ ਟਫ ਹੈਗੀਆਂ ਨੇ। ਪਰ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਹੁਣ ਬਹੁਤ ਜ਼ਿਆਦਾ ਫੋਕਸ ਫ੍ਰੈਂਚ ਤੇ ਦਿੱਤਾ ਜਾ ਰਿਹਾ ਹੈ, ਕਿ ਇਸ ਕੈਟੇਗਰੀ ਵਿੱਚ ਵੀ ਫ੍ਰੈਂਚ ਨੂੰ ਕੋਈ ਤਰਜੀਹ ਦਿੱਤੀ ਗਈ? ਨਹੀਂ, ਇਹ ਕੈਟੇਗਰੀ ਤਾਂ ਸਰ ਆਪਣੇ ਆਪ ਵਿੱਚ ਹੀ ਬਹੁਤ ਹੀ ਸਟ੍ਰਿੰਜੈਂਟ ਹੋਗੀ ਨਾ। ਅਗਰ ਤੁਸੀਂ ਇਹ ਸਾਰੇ ਡਾਟਾ ਮੀਟ ਕਰਦੇ ਹੋ ਤਾਂ ਓਬਵੀਅਸਲੀ ਤੁਸੀਂ ਪੀਆਰ ਪਾ ਲੋਗੇ। ਤੇ ਬਟ ਯੈਸ, ਫ੍ਰੈਂਚ ਇਜ਼ ਯੈਸ। ਅਸੀਂ ਇਸੀ ਵੀਕ ਦੇਖਿਆ ਇੱਕ ਡਰॉ 5000 ਦਾ, ਇੱਕ ਹੋਰ ਡਰॉ ਦੇਖਿਆ, ਯਾਨੀ ਇਸ ਮਹੀਨੇ ਦੇ ਅੰਦਰ ਹੀ 10,000 ਲੋਕਾਂ ਨੂੰ ਇਨਵਾਈਟ ਕਰ ਲਿਆ ਜਿਨ੍ਹਾਂ ਕੋਲ ਵੀ ਫ੍ਰੈਂਚ ਦੇ ਅੰਦਰ NCLC 7 ਦਾ ਸਿਰਫ ਸਕੋਰ ਸੀਗਾ, ਉਹਨਾਂ ਨੂੰ ਇਨਵਾਈਟ ਕੀਤਾ। ਸਕੋਰ ਹੀ ਬਹੁਤ ਥੱਲੇ ਆ ਰਿਹਾ ਸੀ। 399 ਵਾਸ ਦਾ ਸਕੋਰ, ਜਿਹੜਾ ਅਚੀਵ ਕਰਨਾ ਬਹੁਤ ਆਸਾਨ ਹੈ। ਤੇ ਦੈਟਸ ਵਾਈ ਕਿਸੇ ਕੋਲ ਅਗਰ 1 ਸਾਲ ਦਾ ਸਕਿਲਡ ਐਕਸਪੀਰੀਅੰਸ ਹੈ, ਇਫ ਹੀ ਹੈਜ਼ ਐਕਚੁਅਲੀ ਸਟੱਡੀਡ ਕਾਲਜ, ਤਾਂ ਈਜ਼ੀਲੀ ਉਹ ਪਹੁੰਚ ਜਾਂਦਾ ਉੱਥੇ। ਤੇ ਦੈਟਸ ਵਾਈ ਯੈਸ, ਵੀ ਆਰ ਆਲਸੋ ਆਲਰੇਡੀ ਡਿਸਕਸਿੰਗ ਕਿ ਵੀ ਇਹ ਠੀਕ ਹੈ ਜਾਂ ਸਿਰਫ ਇੱਕ ਫ੍ਰੈਂਚ ਦੇ ਆਧਾਰ ਤੇ ਹੀ ਅਸੀਂ ਕਿਸੇ ਨੂੰ ਵੀ ਬੁਲਾ ਲਈਏ, ਬਿਕੋਜ਼ ਬਹੁਤ ਲੋਕ ਇਹੋ ਜਿਹੇ ਆ ਜਾਣਗੇ ਜਿਨ੍ਹਾਂ ਕੋਲ ਸ਼ਾਇਦ ਸਕਿੱਲ ਉਹ ਜੀ ਨਾ ਹੋਏ ਜਿੰਨੀ ਸਾਨੂੰ ਲੋੜ ਹੈਗੀ ਹੈ। ਅੱਛਾ, ਜਿਸ ਤਰ੍ਹਾਂ ਫੌਜ ਦੇ ਵਿੱਚ ਜੀ ਸਿਵਲੀਅਨ ਲੋਕ ਵੀ ਕੰਮ ਕਰਦੇ ਹੈਗੇ ਨੇ, ਇਹ ਨਹੀਂ ਕਿ ਸਾਰੇ ਹੀ ਫੌਜੀ ਹੁੰਦੇ ਨੇ, ਕਿਉਂਕਿ ਸਿਵਲੀਅਨ ਐਸਪੈਕਟ ਵੀ ਹੁੰਦਾ ਹੈ ਜਿਹੜਾ ਕਿ ਫੌਜ ਨੂੰ ਅਸਿਸਟ ਕਰਦਾ ਹੈ। ਕੀ ਉਹ ਇਸ ਪ੍ਰੋਗਰਾਮ ਦੇ ਅਧੀਨ ਅਪਲਾਈ ਕਰ ਸਕਦਾ ਜੀ? ਬੜੀ ਸਿਵਲੀਅਨ ਬੇਸਿਕਲੀ ਹੋਈ ਨਾ, ਅਗਰ ਟੈਕਨੀਸ਼ੀਅਨਸ ਹੈਗੇ ਨੇ ਉਹ ਸਭ, ਉਹ 3 ਟੀਅਰ ਕੋਡ ਸਪੈਸੀਫਿਕਲੀ ਦਿੱਤੇ ਗਏ ਨੇ ਸਰ। ਉਹਦੇ ਅੰਦਰ ਬੇਸਿਕਲੀ ਇੱਕ ਆਪਰੇਸ਼ਨਸ ਦਾ ਮੈਂਬਰ ਹੈਗਾ, ਉਹਦੇ ਅੰਦਰ ਟੈਕਨੀਸ਼ੀਅਨਸ ਆਉਂਦੇ ਨੇ। ਉਹਦੇ ਇਲਾਵਾ ਦੂਜਾ ਹੈਗਾ ਸਪੈਸ਼ਲਾਈਜ਼, ਜਿਹੜੇ ਓਬਵੀਅਸਲੀ ਇੰਜੀਨੀਅਰਸ ਹੋ ਗਏ, ਉਹ ਦੋਨੋਂ ਹੀ ਬੇਸਿਕਲੀ ਵਾਰ ਤੇ ਨਹੀਂ ਜਾਂਦੇ। ਤੀਜਾ ਹੈਗਾ ਕਮਾਂਡੈਂਟ, ਜਿਹੜੇ ਐਕਚੁਅਲੀ ਕਮਿਸ਼ਨਡ ਨੇ, ਉਹ ਜਾਣਗੇ ਵਾਰ ਤੇ। 3 ਨੇ ਬੇਸਿਕਲੀ, ਤਾਂ ਤਿੰਨੋਂ ਅਲੱਗ-ਅਲੱਗ ਕਲਾਸੀਫਾਈ ਕੀਤੇ ਹੋਏ ਨੇ, ਤਿੰਨੋਂ ਅਲੱਗ-ਅਲੱਗ ਟੀਅਰ ਕੋਡ ਤੋਂ ਲਿੱਤੇ ਨੇ, ਲੈਵਲਸ ਤੋਂ। ਯਾਨੀ ਟੀਅਰ 3 ਤੋਂ ਲਿੱਤਾ ਹੈ ਜਿੱਥੇ ਓਬਵੀਅਸਲੀ ਤੁਹਾਨੂੰ ਇੱਕ ਬਹੁਤ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੁੰਦੀ ਪੜ੍ਹਾਈ ਦੀ। ਫਿਰ ਟੀਅਰ 2 ਤੋਂ ਲਿੱਤਾ ਜਿਹੜੇ ਇੰਜੀਨੀਅਰਸ ਵਗੈਰਾ ਹੋ ਗਏ, ਕਾਲਜ ਗੋਇੰਗ ਹੋ ਗਏ। ਟੀਅਰ 3 ਤੋਂ ਤਾਂ ਫਿਰ ਤੁਹਾਨੂੰ ਪਤਾ ਹੀ ਦੇ ਆਰ ਕਮਿਸ਼ਨਡ, ਤੋਂ ਦੇ ਹੈਵ ਟੂ ਹੈਵ ਲੋਟ ਆਫ ਥਿੰਗਸ ਅਦਰ ਦੈਨ ਬਾਕੀ ਸਭ। ਲੈਂਗੁਏਜ ਪ੍ਰੋਫੀਸ਼ੀਐਂਸੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਕਿ ਉਹਦੇ 'ਤੇ ਵੀ ਕੋਈ ਇਸ ਦੇ ਵਿੱਚ ਫੋਕਸ ਹੈਗਾ, ਜਾਂ ਏਜ ਦਾ ਕੋਈ ਲਿਮਿਟ ਹੈਗਾ, ਜਾਂ ਸਿਰਫ ਜਿਸ ਤਰ੍ਹਾਂ ਤੁਸੀਂ ਕਿਹਾ ਕਿ 10 ਸਾਲ ਦਾ ਐਕਸਪੀਰੀਅੰਸ, 3 ਸਾਲ ਦਾ ਤੁਹਾਨੂੰ ਕੈਨੇਡੀਅਨ ਫੋਰਸਿਸ ਵੱਲੋਂ ਆਮੰਤਰਣ ਦਿੱਤਾ ਜਾਵੇ ਕਿ ਤੁਸੀਂ ਇੰਨੀ ਦੇਰ ਲਈ ਜੁਆਇਨ ਕਰੋਗੇ? ਜੀ, ਇਹਦੇ ਨਾਲ ਕੀ ਹੁੰਦਾ, ਦੇਖੋ ਜਿੰਨੀਆਂ ਵੀ ਇਹ ਕੈਟੇਗਰੀਆਂ ਨੇ ਐਕਸਪ੍ਰੈਸ ਐਂਟਰੀ ਦੀਆਂ, ਉਹਦੇ ਅੰਦਰ ਤੁਹਾਨੂੰ ਜਿਹੜੀ ਐਕਸਪ੍ਰੈਸ ਐਂਟਰੀ ਦੀ ਮਿਨੀਮਮ ਰਿਕੁਆਇਰਮੈਂਟ ਹੈ ਉਹਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੀ ਹੁੰਦਾ ਹੈ। ਤੇ ਉਹ ਤਾਂ ਰਹੇਗਾ ਹੀ ਰਹੇਗਾ ਜੀ। ਜਿਹੜਾ ਉਹਦੇ 4 ਪਿਲਰਸ ਨੇ, ਏਜ, ਐਜੂਕੇਸ਼ਨ, ਦੈਨ ਫ੍ਰੈਂਚ, ਬੇਸਿਕਲੀ ਆਪਣਾ ਲੈਂਗੁਏਜ, ਐਂਡ ਦੈਨ ਉਹਦੇ ਇਲਾਵਾ ਓਬਵੀਅਸਲੀ ਜਿਹੜੇ ਤੁਹਾਡੇ ਕੋਲ ਜੌਬ ਆਫਰ ਹੈ ਕਿ ਨਹੀਂ ਹੈ, ਤੇ ਉਹ ਸਭ ਚੀਜ਼ਾਂ ਤਾਂ ਰਹਿਣਗੀਆਂ। ਤੇ ਯੈਸ, ਅਗਰ ਉਹਦੇ ਨਾਲ ਤੁਹਾਡੇ ਕੋਲ ਅਗਰ ਇੰਗਲਿਸ਼ ਹੈਗੀ ਹੈ ਤਾਂ ਤੁਹਾਡੇ ਪੁਆਇੰਟਸ ਵੱਧ ਜਾਣਗੇ, 368 ਜਲਦੀ ਪਹੁੰਚ ਜਾਓਗੇ। ਤਾਂ ਉਹ ਸਭ ਚੀਜ਼ਾਂ ਨੂੰ ਤੁਹਾਨੂੰ ਕਰਨਾ ਹੀ ਕਰਨਾ ਹੈ। ਜਿਹੜਾ ਨਾਰਮਲ ਇੱਕ ਫੈਡਰਲ ਸਕਿੱਲ ਵਰਕਰ ਹੁੰਦਾ ਹੈ, ਉਹ ਇਹਦੇ ਅੰਦਰ ਫੈਡਰਲ ਸਕਿੱਲ ਵਰਕਰ ਦੀ ਜਿਹੜੀ ਰਿਕੁਆਇਰਮੈਂਟਸ ਨੇ ਉਹ ਤਾਂ ਪੂਰੀਆਂ ਇਹਨਾਂ ਨੂੰ ਕਰਨੀਆਂ ਹੀ ਪੈਣਗੀਆਂ। ਉਹਦੇ ਇਲਾਵਾ ਹੈ, ਬਟ ਇਟਸ ਨਾਟ ਵੈਰੀ ਟਫ ਨਹੀਂ ਹੈਗਾ ਅਗਰ ਉਹਨਾਂ ਕੋਲ ਇਹ 2 ਚੀਜ਼ਾਂ ਹੈਗੀਆਂ, 10 ਸਾਲ ਦਾ ਐਕਸਪੀਰੀਅੰਸ ਤੇ 3 ਸਾਲ ਦੀ ਜੌਬ ਆਫਰ ਫਰਮ ਕੈਨੇਡੀਅਨ ਆਰਮ ਫੋਰਸਿਸ। ਪਰ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਪੋਸਟ ਵਰਕ ਗ੍ਰੈਜੂਏਟ ਪਰਮਿਟ ਹੈਗੇ ਨੇ ਜਾਂ ਹੋਰ ਵਿਅਕਤੀ ਨੇ, ਉਹ ਇਸ ਲਈ ਤਾਂ ਕੁਆਲੀਫਾਈ ਨਹੀਂ ਕਰਦੇ? ਨਾ, ਉਹ ਕੁਆਲੀਫਾਈ ਨਹੀਂ ਕਰਦੇ ਜੀ। ਕੱਲਾ ਹੀ ਗੱਲ ਬਹੁਤ ਚੱਲਦੀ ਪਈ ਸੀਗੀ ਜੀ, ਜਿਹੜੇ ਲੋਕ ਆਊਟ ਆਫ ਸਟੇਟਸ ਹੋ ਗਏ ਨੇ ਕੀ ਉਹ ਅਪਲਾਈ ਕਰ ਸਕਦੇ ਨੇ? ਤਾਂ ਇਹ ਵਜ੍ਹਾ ਇਹਦੇ ਅੰਦਰ ਐਕਚੁਅਲੀ ਕੋਈ ਪ੍ਰਾਵਧਾਨ ਨਹੀਂ ਹੈ। ਕੱਲ ਆਇਆ ਵੀ ਦੇਖੋ, ਐਸੀ ਕਰਕੇ ਸਿਰਫ 4 ਲੋਕਾਂ ਨੂੰ ਆਇਆ ਇਨਵਾਈਟ, ਕੋਈ ਮਤਲਬ ਬਹੁਤ ਵੱਡਾ ਡਰॉ ਵੀ ਨਹੀਂ ਸੀਗਾ। ਬਿਲਕੁਲ ਕੁਝ ਵੀ ਨਹੀਂ ਹੈਗਾ, ਕੁਝ ਵੀ ਨਹੀਂ ਸੀਗਾ। ਕੱਲ ਅਸੀਂ ਫਰਵਰੀ ਵਿੱਚ ਜਦੋਂ ਅਨਾਉਂਸਮੈਂਟ ਹੋਈ ਤੇ ਬੜਾ ਰੌਲਾ ਪਿਆ ਸੀ ਜੀ, ਹੁਣ ਤਾਂ ਦਰਵਾਜ਼ੇ ਖੁੱਲ ਗਏ ਕੈਨੇਡੀਅਨ ਫੋਰਸਿਸ ਦੇ, ਐਂਡ ਆਪਣੇ ਭਾਈਚਾਰੇ 'ਚ ਬੜੀ ਇਸ ਦੀ ਗੱਲ ਚੱਲ ਰਹੀ ਸੀ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਫੌਜ 'ਚ ਹੈਗੇ ਨੇ। ਤੋ ਇਹਦਾ ਮਤਲਬ ਕਿ ਉਹਨਾਂ ਨੇ ਅਪਲਾਈ ਨਹੀਂ ਕੀਤਾ, ਜਾਂ ਉਹ ਕੁਆਲੀਫਾਈ ਨਹੀਂ ਕੀਤਾ, ਜਾਂ ਜਿਹੜੇ 10 ਸਾਲ ਦੀ ਰਿਕੁਆਇਰਮੈਂਟ ਮੋਸਟਲੀ ਸਾਰੇ ਕਰ ਜਾਂਦੇ ਨੇ ਪਾਸ, ਲੇਕਿਨ ਜਿਹੜਾ 3 ਸਾਲ ਦਾ ਤੁਸੀਂ ਕਿਹਾ ਕਿ ਜੋ 3 ਸਾਲ ਦੀ ਜੌਬ ਆਫਰ ਹੈਗੀ ਉਹ ਨਹੀਂ ਮਿਲੀ? ਮੇਬੀ ਮੋਸਟ ਆਫ ਟਾਈਮ ਮੈਨੂੰ ਲੱਗਦਾ ਇਗਨੋਰੈਂਟ ਰਹਿ ਗਏ, ਉਹਨਾਂ ਨੇ ਅਪਲਾਈ ਵੀ ਨਹੀਂ ਕੀਤਾ ਹੋਣਾ। ਤੇ ਓਬਵੀਅਸਲੀ ਕਿਸੇ ਨੂੰ ਕੋਈ ਰਿਕੁਆਇਰਮੈਂਟ ਹੈ, ਪੁੱਛਿਆ ਕਿਸੇ ਕੋਲ, ਤੁਸੀਂ ਜੁਆਇਨ ਕਰੋ, ਤੁਸੀਂ ਪੁੱਛੋ ਕਿਸੇ ਕੰਸਲਟੈਂਟ ਕੋਲ ਜਾਓ, ਔਰ ਓਬਵੀਅਸਲੀ ਵੈਬਸਾਈਟਸ ਤੇ IRCC ਦੀ ਸਭ ਕੁਝ ਦਿੱਤਾ ਹੋਇਆ, ਯੂ ਨੀਡ ਟੂ ਅਪਲਾਈ, ਦੈਨ ਓਨਲੀ ਦੇ ਵਿਲ ਵੈਟ ਯੂਰ ਡਾਕੂਮੈਂਟਸ, ਦੇ ਵਿਲ ਵੈਟ ਯੂਰ ਐਕਸਪੀਰੀਅੰਸ। ਔਰ ਇਹਦੇ ਅੰਦਰ ਵੀ ਲਿਖਿਆ ਹੋਇਆ ਆਲਰੇਡੀ ਕਿ ਨੈਟੋ ਦੇ ਜਿਹੜੇ ਓਬਵੀਅਸਲੀ ਹੈਗੇ ਨੇ, ਪਲੱਸ ਆਸਟ੍ਰੇਲੀਆ, ਨਿਊਜ਼ੀਲੈਂਡ, ਉਹਨਾਂ ਨੂੰ ਤਰਜੀਹ ਦਿੱਤੀ ਜਾਏਗੀ ਓਬਵੀਅਸਲੀ। ਉਹਨਾਂ ਵਾਸਤੇ ਇੱਕ ਸਪੈਸ਼ਲ ਪ੍ਰੋਗਰਾਮ ਹੈ। ਵਾਟ ਅਬਾਊਟ ਟ੍ਰੇਡਸ ਕੈਟੇਗਰੀ ਜਾਂ ਫਿਰ ਐਜੂਕੇਸ਼ਨ ਦੀ ਕੋਈ ਕੈਟੇਗਰੀ? ਜੀ ਬਿਲਕੁਲ, ਉਹਦੇ ਵਾਸਤੇ ਸਾਰੇ ਜਣੇ ਅੱਜ ਦੀ ਜਿਹੜੀ ਪਰੇਸ਼ਾਨ ਹੈਗੇ ਨੇ, ਬਿਕੋਜ਼ ਟ੍ਰੇਡ ਦਾ ਡਰॉ ਵੀ ਕੋਈ ਖਾਸ ਨਹੀਂ ਆਇਆ। ਲਾਸਟ ਪੂਰੇ ਸਾਲਾਂ 'ਚ ਸਿਰਫ 1250 ਲਿੱਤਾ ਸੀਗਾ ਬੱਚੇ ਇਹਨਾਂ ਨੇ, ਇਸ ਸਾਲ ਹੁਣ ਤੱਕ ਸਿਰਫ 3000 ਦਾ ਇੱਕ ਡਰॉ ਆਇਆ ਸਿਰਫ, ਤੇ ਐਵਰੀਬਡੀ ਇਜ਼ ਵੇਟਿੰਗ ਫॉर ਇਟ। ਔਰ ਐਜੂਕੇਸ਼ਨ ਦਾ ਡਰॉ ਇਸ ਸਾਲ ਹੁਣ ਤੱਕ ਆਇਆ ਹੀ ਨਹੀਂ ਹੈ। ਤੇ ਅਸੀਂ ਸਭ ਸਾਰੇ ਮਿਲ ਕੇ ਆਹੀ ਗਵਰਨਮੈਂਟ ਨੂੰ ਦਰਖਾਸਤ ਕਰਦੇ ਹਾਂ, ਜਿਵੇਂ ਫ੍ਰੈਂਚ ਦੇ ਮਗਰ ਅਸੀਂ ਪੈ ਗਏ ਹਾਂ ਟੁੱਟ ਕੇ, ਥੋੜਾ ਜਿਹਾ ਟ੍ਰੇਡ ਦੇ, ਬਿਕੋਜ਼ ਟ੍ਰੇਡ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਇਸ ਕੰਟਰੀ ਨੂੰ। ਟ੍ਰੇਡ ਤੇ ਐਜੂਕੇਸ਼ਨ ਦੀ ਜੌਬਸ ਵਾਸਤੇ ਵੀ ਪਲੀਜ਼ ਰਿਕੁਐਸਟ ਹੈ ਮਿਨਿਸਟਰ ਜੀ ਨੂੰ, ਅਗਰ ਉਹ ਸੁਣਦੇ ਪਏ ਨੇ ਤੇ ਪਲੀਜ਼ ਸਾਡੀ ਅਰਗਾਂ ਸੁਣੇ। ਤੇ ਬੱਚੇ ਜਿਹੜੇ ਵਿਚਾਰੇ ਬਹੁਤ ਸਾਰੇ ਬੈਠੇ ਨੇ
ਨੇ ਉਹਨਾਂ ਨੂੰ ਪਲੀਜ਼ ਇੱਕ ਰਾਹਤ ਦਈਏ ਤੇ ਇਹਦੇ 'ਚ ਕੋਈ ਡਰਾਅ ਵੀ ਜਲਦੀ ਆਏ। ਵਾਟ ਅਬਾਊਟ ਹੈਲਥ ਕੇਅਰ ਕੈਟਾਗਰੀ? ਹੈਲਥ ਕੇਅਰ ਦੇ ਵਿੱਚ ਡਰਾਅ ਆ ਰਹੇ ਨੇ, ਦੇ ਆਰ ਬੈਟਰ ਦੈਨ ਟ੍ਰੇਡ ਐਂਡ ਉਹ, ਬਟ ਯੈਸ ਉਹ ਘੱਟ ਨੇ, ਉਹ ਵੀ ਘੱਟ ਨੇ। ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜਾ ਤਰਜੀਹ ਹੈਗੀ ਉਹ ਫ੍ਰੈਂਚ 'ਤੇ ਦਿੱਤੀ ਜਾ ਰਹੀ ਹੈ, ਤੇ ਫ੍ਰੈਂਚ ਵਾਲੇ ਡਰਾਅ ਜਾਂ ਫਿਰ ਕੈਨੇਡੀਅਨ ਜਿਹੜੇ CEC ਦੇ ਜਿਹੜੇ ਜਨਰਲ ਡਰਾਅਸ ਨੇ ਉਹ ਆ ਰਹੇ ਨੇ, ਉਹ ਬਹੁਤ ਚੰਗੇ ਆਏ ਨੇ ਇਸ ਵਾਰੀ। ਅਰਾਊਂਡ 99,000 ਯਾਨੀ 1 ਲੱਖ ਤੋਂ ਵੱਧ ਇਸ ਸਾਲ ਅੰਦਰ ਹੁਣ ਤੱਕ ਇਨਵਾਈਟ ਕਰੇ ਜਾ ਚੁੱਕੇ ਨੇ ਐਕਸਪ੍ਰੈਸੈਂਟੀ ਦੇ ਥਰੂ। ਬਹੁਤ ਵਧੀਆ ਗੱਲ ਹੈ ਜੀ, ਨਵੀਆਂ ਕੈਟਾਗਰੀਜ਼ ਇੰਟਰੋਡਿਊਸ ਹੁੰਦੀਆਂ ਨੇ, ਜਿਸ ਤਰ੍ਹਾਂ ਕਿ ਇਹ ਫੌਜੀਆਂ ਲਈ ਕੈਟਾਗਰੀ ਇੰਟਰੋਡਿਊਸ ਕੀਤੀ ਗਈ, ਲੇਕਿਨ ਜੋ ਰਿਜ਼ਲਟ ਹੈ ਉਹ ਕੋਈ ਬਹੁਤਾ ਵਧੀਆ ਨਹੀਂ ਲੱਗਦਾ। 4 ਵਿਅਕਤੀਆਂ ਲਈ ਇੰਨਾ ਜ਼ਿਆਦਾ ਪੈਰਾਫਰਨੀਲੀਆ ਕ੍ਰੀਏਟ ਕਰਨਾ ਤੇ ਸਭ ਕੁਝ ਕਰਨਾ, ਬਜਾਏ ਇਸ ਦੇ ਕਿ ਲੱਖਾਂ ਦੀ ਗਿਣਤੀ ਵਿੱਚ ਇਸ ਸਮੇਂ ਜਿਹੜੇ ਵਿਦਿਆਰਥੀ ਨੇ 1.9 ਮਿਲੀਅਨ ਵਰਕ ਪਰਮਿਟਸ ਇਸ ਸਾਲ ਦੇ ਅਖੀਰ ਤੱਕ ਖਤਮ ਹੋ ਰਹੇ ਨੇ ਕਿਹਾ ਜਾ ਰਿਹਾ ਹੈ, ਤੇ 2027 ਦੇ ਵਿੱਚ 1.4 ਮਿਲੀਅਨ ਪਰਮਿਟਸ ਖਤਮ ਹੋ ਜਾਣੇ ਨੇ। ਸੋ ਉੱਥੇ ਵੀ ਤਰਥੱਲੀ ਮਚੀ ਪਈ ਹੈ। ਹਾਲ ਹੀ ਵਿੱਚ ਇੱਕ ਖਬਰ ਆਈ ਕੈਲਗਰੀ ਤੋਂ ਕਿ ਉੱਥੇ ਇੱਕ ਕਾਲਜ ਸੀ ਜਿੱਥੇ ਵਿਦਿਆਰਥੀਆਂ ਨੇ 2 ਸਾਲ ਲਈ ਪੜ੍ਹੇ, $32,000 ਵੀ ਦਿੱਤਾ, ਤੇ ਹੁਣ ਕਹਿ ਦਿੱਤਾ ਗਿਆ ਹੈ ਕਿ ਤੁਹਾਡੇ ਤੇ ਉਹ ਸਟੱਡੀ ਤੁਹਾਡੀ ਕੁਆਲੀਫਾਈ ਨਹੀਂ ਕਰਦੀ। ਸੋ ਇਹ ਮਿਸਮੈਚ ਜੋ ਚੱਲ ਰਿਹਾ ਹੈ, ਬੜੀ ਵਧੀਆ ਗੱਲ ਹੈ, ਰਿਫਾਰਮਸ ਲਿਆਉਣ ਦੀ ਲੋੜ ਹੈ, ਲੇਕਿਨ ਜੋ ਇਹ ਸਭ ਕੁਝ ਚੱਲ ਰਿਹਾ ਇਸ ਨਾਲ ਕਿੰਨੀ ਕੁ ਸੱਟ ਵੱਜ ਰਹੀ ਹੈ ਇਹ ਸਾਰੇ ਸਿਸਟਮ ਨੂੰ? ਸਰ ਇੱਕ ਮੈਂ ਕਹੂੰਗਾ ਜੀ ਬ੍ਰਾਂਡ ਕੈਨੇਡਾ ਨੂੰ ਬਹੁਤ ਵੱਡਾ ਇਫੈਕਟ ਪੈ ਰਿਹਾ ਜੀ। ਅਗਰ ਅਸੀਂ ਕਹੀਏ ਜੀ ਬਾਹਰ ਤੋਂ ਸਾਊਥ ਈਸਟ ਏਸ਼ੀਆ ਤੋਂ ਸਪੈਸ਼ਲੀ ਇੰਡੀਆ ਤੋਂ ਬਹੁਤ ਬੱਚਾ ਇਸ ਵੇਲੇ ਆਉਣਾ ਹੀ ਨਹੀਂ ਚਾਹ ਰਿਹਾ ਕੈਨੇਡਾ, ਤੇ ਅਸੀਂ ਕਹੀਏ ਜਿਹੜਾ ਅਸੀਂ ਬ੍ਰਾਂਡ ਇੱਕ ਬਣਿਆ ਸੀ ਕੈਨੇਡਾ ਦਾ ਉਹ ਥੋੜ੍ਹਾ ਜਿਹਾ ਧੁਮਿਲ ਹੁੰਦੀ ਪਈ ਹੈ ਤਸਵੀਰ, ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਯੈਸ ਟਾਈਟ ਕਰੋ, ਯੈਸ ਰਿਫਾਰਮਸ ਲੈ ਕੇ ਆਓ, ਬਟ ਇਟ ਸ਼ੁੱਡ ਬੀ ਬੈਲੈਂਸਡ ਇਨਫ ਕਿ ਕੋਈ ਜਿਹੜਾ ਡਿਜ਼ਰਵਿੰਗ ਕੈਂਡੀਡੇਟ ਹੈ ਉਹ ਹੁਣੇ ਵੀ ਅਪਲਾਈ ਕਰ ਸਕੇ, ਆ ਸਕੇ। ਔਰ ਇਹ ਜਿਹੜੀ ਨਿਊਜ਼ ਜਾਂਦੀ ਹੈ ਨੈਗੇਟਿਵ ਜਿਹੜੀ ਤੁਸੀਂ ਦੱਸੀ ਹੈ, ਪੋਟਾਜ ਕਾਲਜ ਔਰ ਬਹੁਤ 2-3 ਕਾਲਜ ਜਿਨ੍ਹਾਂ ਦੀ ਐਕਚੁਅਲੀ ਨਹੀਂ ਮਿਲ ਰਹੀ ਨੌਨ ਕ੍ਰੈਡਿਟ ਐਂਡ ਕ੍ਰੈਡਿਟ, ਉਹ ਰੈਟਰੋਸਪੈਕਟਿਵਲੀ ਇਹਨਾਂ ਨੇ ਇਸ਼ੂ ਕਰਕੇ ਲੋਕਾਂ ਨੂੰ ਰਿਫਿਊਜ਼ ਕਰਤੇ। ਤੇ ਯੈਸ ਦੈਟਸ ਆਲਸੋ ਨਾਟ ਰਾਈਟ ਫॉर ਦੋਜ਼ ਸਟੂਡੈਂਟਸ ਜਿਹੜੇ ਹੁਣ ਧਰਨਾ ਦੇ ਕੇ ਬੈਠੇ ਨੇ, ਤੇ ਯੈਸ ਉਹਨਾਂ ਵਾਸਤੇ ਵੀ ਕੁਛ ਨਾ ਕੁਛ ਜ਼ਰੂਰ ਹੋਣਾ ਚਾਹੀਦਾ ਜੀ। ਵੈਲ ਜੇ ਤੁਸੀਂ ਇੰਪਲੀਮੈਂਟ ਕਰਨਾ ਤੇ ਜਿਨ੍ਹਾਂ ਨੇ ਜਦੋਂ ਜੁਆਇਨ ਕੀਤਾ ਸੀ ਉਹ ਤਦ ਤੱਕ ਐਗਜ਼ਿਸਟ ਕਰਦਾ ਸੀ, ਤਾਂ ਹੁਣ ਤੋਂ ਤੁਸੀਂ ਇਸ ਨੂੰ ਲਾਗੂ ਕਰੋ ਤਾਂ ਕਿ ਅੱਗੇ ਨਾ ਹੋਵੇ। ਵਨ ਕੈਨ ਅੰਡਰਸਟੈਂਡ ਇਟ, ਬਟ ਰੈਟਰੋਸਪੈਕਟਿਵਲੀ ਜਾ ਕੇ ਕਰਨਾ ਆਈ ਥਿੰਕ ਦੈਟ ਇਜ਼ ਨਾਟ ਜਸਟਿਫਾਈਡ। ਉਹਨਾਂ ਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ, ਉਹ ਰਾਤੋਂ ਰਾਤ ਆਪਣੇ ਆਪ ਹੀ ਸਿਸਟਮ ਵਿੱਚ ਚੇਂਜ ਕਰਤਾ ਉਹਨਾਂ ਨੇ, ਵਿਚ ਵਾਸ ਐਕਚੁਅਲੀ ਨਾਟ ਕਰੈਕਟ। ਤੇ ਓਬਵੀਅਸਲੀ ਲੋਕ ਚੱਲੇ ਨੇ ਉਹਨੂੰ ਕੋਰਟ 'ਚ ਲੈ ਕੇ, JRV ਹੋ ਰਹੀ ਹੈ, ਵੈਰੀ ਰੀਕਨਸਟੀਟਿਊਸ਼ਨਸ ਹੋ ਰਹੀਆਂ। ਲੈਟਸ ਹੋਪ ਫॉर द बेस्ट फॉर दो स्टूडेंट्स, बट बाकी यस थोड़ा जिहा रिफॉर्म ਜਿਹੜੇ ਨੇ ਉਹ ਬੈਲੈਂਸਡ ਹੋਣੇ ਚਾਹੀਦੇ ਨੇ। ਇਹ ਸਾਡੀ ਚੀਜ਼ ਦਰਖਾਸਤ ਹੈਗੀ ਹੈ ਮਿਨਿਸਟਰ ਸਾਹਿਬ ਤੋਂ। ਐਂਡ ਲਾਸਟਲੀ ਜੀ ਸਕਿਲਡ ਮਿਲਟਰੀ ਕੈਟਾਗਰੀ ਦੇ ਜਿੱਤੇ ਅਸੀਂ ਅੱਜ ਫੋਕਸ ਕਰਕੇ ਗੱਲਬਾਤ ਕਰ ਰਹੇ ਹਾਂ, ਇਹ ਹੁਣ ਜੇ ਕਿਸੇ ਨੇ ਅਪਲਾਈ ਕਰਨਾ ਹੋਏ ਤਾਂ ਕਰ ਸਕਦੇ ਨੇ? ਜੀ ਬਿਲਕੁਲ ਕਰ ਸਕਦੇ ਹਾਂ ਜੀ। ਇਹ ਸਾਰੀ 10 ਦੀ 10 ਕੈਟਾਗਰੀਆਂ ਹੁਣੇ ਵੀ ਹੈਗੀਆਂ, ਇਹਦੇ ਅੰਦਰ ਇੱਕ ਕੈਟਾਗਰੀ ਹੈ ਸਕਿਲਡ ਵਾਲੀ ਹੈ। ਇਹਦੇ ਇਲਾਵਾ ਓਬਵੀਅਸਲੀ ਫਿਜ਼ੀਸ਼ੀਅਨਸ ਇਨ ਕੈਨੇਡਾ ਹੈਗੇ ਨੇ, ਇਹਦੇ ਇਲਾਵਾ ਸੀਨੀਅਰ ਮੈਨੇਜਰਸ ਨੇ, ਰਿਸਰਚਰਸ ਨੇ। ਇਹ ਸਾਰੀ ਜਿਹੜੀ ਨਵੀਂ ਕੈਟਾਗਰੀਆਂ 4 ਨਵੀਂ ਕੈਟਾਗਰੀਆਂ ਇੰਟਰੋਡਿਊਸ ਕੀਤੀਆਂ ਗਈਆਂ ਸੀ ਇਸ ਸਾਲ, ਉਹ ਚਾਰੋਂ ਹੁਣੇ ਵੀ ਅਵੇਲੇਬਲ ਨੇ। ਔਰ ਜਦ ਤੱਕ ਉਹ ਕੋਈ ਨਵਾਂ ਉਹਦੇ ਅੰਦਰ ਕੋਈ ਆਉਂਦਾ ਨਹੀਂ ਅਨਾਊਂਸ, ਤਦ ਤੱਕ ਸਭ ਅਪਲਾਈ ਕਰ ਸਕਦੇ ਨੇ। ਤੇ ਫਿਰ ਯੂ ਹੈਵ 10 years of experience, ਅਪਲਾਈ ਕਰੋ ਜੀ ਕੈਨੇਡੀਅਨ ਆਰਮ ਫੋਰਸਿਸ ਵਾਸਤੇ, ਤੇ ਦੇਖੋ ਤੁਹਾਨੂੰ 3 ਸਾਲ ਦਾ ਜੌਬ ਆਫਰ ਮਿਲਦੀ ਹੈ, ਤੇ ਯੈਸ ਵੀ ਵਿਲ ਬੀ ਹੈਪੀ ਟੂ ਸਰਵ ਯੂ। ਬਹੁਤ ਧੰਨਵਾਦ ਜੀ ਇਸ ਇਨਫੋਰਮੇਸ਼ਨ ਲਈ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਸੋ ਇਹ ਜੋ ਸਕਿਲਡ ਮਿਲਟਰੀ ਕੈਟਾਗਰੀ ਕੱਢੀ ਗਈ ਜੀ, ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਤਾਂ ਵੱਧ ਚੜ੍ਹ ਕੇ ਲੋਕਾਂ ਨੂੰ ਅਪਲਾਈ ਕਰਨਾ ਚਾਹੀਦਾ ਸੀ ਤੇ ਉਹਨਾਂ ਨੇ ਰਿਕਰੂਟ ਹੋਣਾ ਸੀ ਕੈਨੇਡੀਅਨ ਆਰਮੀ, ਏਅਰ ਫੋਰਸ ਜਾਂ ਨੇਵੀ ਦੇ ਵਿੱਚ, ਲੇਕਿਨ ਸਿਰਫ 4 ਵਿਅਕਤੀ ਜਿਹੜੇ ਨੇ ਇਸ ਡਰਾਅ ਦੇ ਵਿੱਚ ਆਏ ਨੇ, ਜੋ ਕਿ ਅਗੇਨ ਇੱਕ ਸਵਾਲੀਆ ਚਿੰਨ੍ਹ ਹੈਗਾ ਹੈ ਕਿ ਫਰਵਰੀ ਮਹੀਨੇ ਵਿੱਚ ਅਨਾਊਂਸ ਕਰਨ ਤੋਂ ਬਾਅਦ ਕੀ ਸਰਕਾਰ ਇਹ ਗੱਲਬਾਤ ਲੋਕਾਂ ਤੱਕ ਪਹੁੰਚਾ ਨਹੀਂ ਸਕੀ, ਉਹ ਫੌਜੀਆਂ ਤੱਕ? ਕਿਉਂਕਿ ਆਪਣੇ ਭਾਈਚਾਰੇ ਵਿੱਚ ਜਦੋਂ ਫਰਵਰੀ ਮਹੀਨੇ ਦੇ ਵਿੱਚ ਇਹ ਗੱਲ ਬਾਹਰ ਆਈ ਤਾਂ ਬਹੁਤ ਮੈਂ ਦੇਖਿਆ ਚਰਚਾ ਸੀ ਫੌਜੀਆਂ ਦੇ ਵਿੱਚ ਕਿ ਜੀ ਇਹ ਤਾਂ ਇੱਕ ਬੜਾ ਸੋਹਣਾ ਪ੍ਰੋਗਰਾਮ ਹੈ, ਤੇ ਹੁਣ ਕੈਨੇਡੀਅਨ ਫੌਜ ਦੇ ਵਿੱਚ ਕੋਈ ਵੀ ਵਿਅਕਤੀ ਜਿਸ ਕੋਲ ਐਕਸਪੀਰੀਅੰਸ ਹੈ ਕਿਤੇ ਵੀ ਕੰਮ ਕਰਨ ਦਾ ਉਹ ਜੁਆਇਨ ਕਰ ਸਕਦਾ ਹੈ। ਲੇਕਿਨ ਲੱਗਦਾ ਹੈ ਕਿ ਅਜੇ ਇਹ ਪ੍ਰੋਗਰਾਮ ਬਹੁਤਾ ਸਕਸੈਸਫੁਲ ਨਹੀਂ ਹੋਇਆ, ਪਰ ਡੈਫੀਨੇਟਲੀ ਗਵਰਨਮੈਂਟ ਨੂੰ ਇਸ ਨੂੰ ਹੋਰ ਆਊਟਰੀਚ ਕਰਨੀ ਚਾਹੀਦੀ ਹੈ, ਤੇ ਜਿਹੜੇ ਫੌਜੀ ਅਪਲਾਈ ਕਰਨਾ ਚਾਹੁੰਦੇ ਨੇ ਉਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਜਾਂ ਇਹਨਾਂ ਦੀ ਜਿਹੜੀ ਸਰਕਾਰ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਹੈ ਉੱਥੇ ਜਾ ਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੈਗੇ।